ਮੇਰਾ ਨਾਮ ਰਾਧਿਕਾ ਹੈ। ਮੈਂ ਇੱਕ ਚੰਗੇ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ। ਮੈਂ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟੀ ਸੀ। ਮੇਰੇ ਮਾਤਾ-ਪਿਤਾ ਤੋਂ ਇਲਾਵਾ ਮੇਰਾ ਇੱਕ ਭਰਾ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ। ਉਹ ਮੇਰੀ ਹਰ ਇੱਛਾ ਪੂਰੀ ਕਰਦੇ ਸਨ। ਮੇਰਾ ਭਰਾ ਮੇਰੇ ਕਹਿਣ ਤੋਂ ਪਹਿਲਾਂ ਹੀ ਮੇਰੀ ਹਰ ਇੱਛਾ ਪੂਰੀ ਕਰ ਦਿੰਦਾ ਸੀ। ਮੇਰੀ ਇੱਛਾ ਤਾਂ ਮੇਰੇ ਮੂੰਹੋਂ ਬਾਅਦ ਵਿੱਚ ਨਿਕਲਦੀ ਸੀ, ਪਰ ਪਹਿਲਾਂ ਹੀ ਉਹ ਸਮਝ ਜਾਂਦੇ ਕਿ ਮੇਰੇ ਮਨ ਵਿੱਚ ਕੀ ਹੈ। ਮੇਰੀ ਇੱਛਾ ਪੂਰੀ ਕੀਤੇ ਬਿਨਾਂ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ ਸੀ। ਮੇਰਾ ਭਰਾ ਮੈਨੂੰ ਜਾਨ ਤੋਂ ਵੱਧ ਪਿਆਰਾ ਸੀ। ਕੁਝ ਸਾਲ ਪਹਿਲਾਂ ਮੇਰੀ ਮਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅਤੇ ਮੇਰੇ ਪਿਤਾ ਨੇ ਮੇਰੇ ਭਰਾ ਦਾ ਵਿਆਹ ਕਰ ਦਿੱਤਾ। ਮੇਰੀ ਭਾਬੀ ਬਹੁਤ ਚੰਗੀ ਸੀ। ਉਹ ਮੈਨੂੰ ਬਹੁਤ ਪਿਆਰ ਕਰਦੀ ਸੀ ਅਤੇ ਮੇਰਾ ਬਹੁਤ ਖਿਆਲ ਰੱਖਦੀ ਸੀ। ਮੇਰਾ ਭਰਾ ਅਤੇ ਭਾਬੀ ਮੈਨੂੰ ਹਮੇਸ਼ਾ ਆਪਣੇ ਬੱਚੇ ਵਾਂਗ ਪਿਆਰ ਕਰਦੇ ਸਨ। ਸ਼ਾਇਦ ਮੇਰੇ ਮਾਂ-ਬਾਪ ਵੀ ਮੈਨੂੰ ਓਨਾ ਪਿਆਰ ਨਾ ਦਿੰਦੇ ਜਿੰਨਾ ਉਹ ਮੈਨੂੰ ਦਿੰਦੇ ਸਨ। ਮੇਰੇ ਭਰਾ ਅਤੇ ਭਰਜਾਈ ਦੇ ਵਿਆਹ ਨੂੰ 2 ਸਾਲ ਹੋ ਗਏ ਸਨ ਅਤੇ ਇਹਨਾਂ 2 ਸਾਲਾਂ ਵਿੱਚ ਭਾਬੀ ਨੇ ਮੈਨੂੰ ਮਾਂ ਦੀ ਯਾਦ ਨਹੀਂ ਆਉਣ ਦਿੱਤੀ। ਮੇਰੇ ਭਰਾ ਨੇ ਮੇਰੇ ਵਿਆਹ ਦੀ ਜ਼ਿੰਮੇਵਾਰੀ ਮੇਰੀ ਭਰਜਾਈ 'ਤੇ ਪਾ ਦਿੱਤੀ। ਉਦੋਂ ਤੋਂ ਉਹ ਮੇਰਾ ਰਿਸ਼ਤਾ ਲੱਭਣ ਲੱਗੀ। ਇੰਨੀ ਦਿਨੀਂ ਮੇਰੇ ਇਮਤਿਹਾਨ ਖਤਮ ਹੋ ਗਏ ਸਨ ਅਤੇ ਮੇਰੀ ਪੜ੍ਹਾਈ ਵੀ ਪੂਰੀ ਹੋ ਗਈ ਸੀ। ਮੈਂ ਅੱਗੇ ਪੜ੍ਹਾਈ ਨਹੀਂ ਕਰਨਾ ਚਾਹੁੰਦੀ ਸੀ। ਅੱਗੇ ਪੜ੍ਹਨ ਦੀ ਮੇਰੀ ਕੋਈ ਇੱਛਾ ਨਹੀਂ ਸੀ। ਇਸੇ ਕਰਕੇ ਪਰਿਵਾਰ ਵਾਲੇ ਮੇਰਾ ਵਿਆਹ ਲਈ ਕਾਹਲੇ ਸਨ। ਮੈਂ ਹਰ ਦੂਜੇ ਜਾਂ ਤੀਜੇ ਦਿਨ ਆਪਣੇ ਦੋਸਤਾਂ ਨਾਲ ਬਾਹਰ ਜਾਂਦੀ ਹੁੰਦੀ ਸੀ। ਇਸ ਤਰ੍ਹਾਂ ਇੱਕ ਦਿਨ ਅਸੀਂ ਸਾਰੇ ਹੋਟਲ ਵਿੱਚ ਬੈਠ ਕੇ ਕੌਫੀ ਪੀ ਰਹੇ ਸੀ ਜਦੋਂ ਅਚਾਨਕ ਵੇਟਰ ਨੇ ਮੇਰੇ ਮੇਜ਼ 'ਤੇ ਫੁੱਲਾਂ ਦਾ ਗੁਲਦਸਤਾ ਰੱਖ ਦਿੱਤਾ ਅਤੇ ਕਿਹਾ ਕਿ ਇਹ ਕਿਸੇ ਨੇ ਤੁਹਾਡੇ ਲਈ ਭੇਜਿਆ ਹੈ। ਮੈਂ ਹੈਰਾਨ ਹੋ ਗਈ। ਇਹ ਗੁਲਦਸਤਾ ਮੈਨੂੰ ਕੌਣ ਭੇਜ ਸਕਦਾ ਹੈ? ਮੈਂ ਸੋਚਾਂ ਵਿੱਚ ਗੁਆਚੀ ਹੋਈ ਸੀ। ਮੈਂ ਬਹੁਤਾ ਧਿਆਨ ਨਹੀਂ ਦਿੱਤਾ। ਉਸ ਤੋਂ ਬਾਅਦ ਅਜਿਹੀਆਂ ਗੱਲਾਂ ਅਕਸਰ ਹੋਣ ਲੱਗੀਆਂ। ਹੌਲੀ-ਹੌਲੀ ਮੈਨੂੰ ਵੀ ਉਹਨਾਂ ਫੁੱਲਾਂ ਦੀ ਆਦਤ ਪੈ ਗਈ। ਮੈਂ ਦੇਖਣਾ ਚਾਹੁੰਦੀ ਸੀ ਕਿ ਇਹ ਕੌਣ ਹੈ ਜੋ ਮੈਨੂੰ ਹਰ ਰੋਜ਼ ਫੁੱਲਾਂ ਦੇ ਗੁਲਦਸਤੇ ਭੇਜਦਾ ਹੈ। ਇੱਕ ਦਿਨ ਮੈਂ ਗੈਲਰੀ ਵਿੱਚ ਖੜੀ ਸੀ। ਮੇਰੀ ਨਜ਼ਰ ਗਲੀ ਵਿੱਚ ਖੜੇ ਉਸ ਆਦਮੀ 'ਤੇ ਪਈ ਜਿਸ ਨੇ ਕਾਲੀ ਕਮੀਜ਼ ਪਾਈ ਹੋਈ ਸੀ ਅਤੇ ਹੱਥ ਵਿੱਚ ਫੁੱਲਾਂ ਦਾ ਗੁਲਦਸਤਾ ਸੀ। ਉਹ ਫੁੱਲਾਂ ਦਾ ਗੁਲਦਸਤਾ ਮੇਰੀ ਖਿੜਕੀ ਵਿੱਚ ਸੁੱਟ ਕੇ ਉੱਥੋਂ ਚਲਾ ਗਿਆ। ਕੁਝ ਦੇਰ ਵਿੱਚ ਹੀ ਮੈਂ ਉਸ ਨੂੰ ਰੋਕਣ ਲਈ ਆਪਣੇ ਕਮਰੇ ਤੋਂ ਬਾਹਰ ਭੱਜੀ, ਪਰ ਉਹ ਮੁੰਡਾ ਚਲਾ ਗਿਆ। ਅੱਜ ਮੈਂ ਘੱਟੋ ਘੱਟ ਉਸ ਨੂੰ ਦੇਖਾਂਗੀ। ਆਖਰਕਾਰ ਉਹ ਵਿਅਕਤੀ ਕੌਣ ਹੈ ਜੋ ਮੈਨੂੰ ਫੁੱਲ ਦੇ ਗੁਲਦਸਤੇ ਦਿੰਦਾ ਹੈ? ਪਰ ਬਦਕਿਸਮਤੀ ਨਾਲ ਮੈਂ ਉਸ ਨੂੰ ਨਹੀਂ ਵੇਖ ਸਕੀ। ਫਿਰ ਅਗਲੇ ਹੀ ਦਿਨ ਮੇਰੀ ਭਰਜਾਈ ਨੇ ਮੈਨੂੰ ਕਿਹਾ ਕਿ ਅੱਜ ਕਿਤੇ ਨਾ ਜਾਣਾ, ਅੱਜ ਮੁੰਡੇ ਵਾਲੇ ਤੈਨੂੰ ਵੇਖਣ ਆ ਰਹੇ ਨੇ। ਜਦੋਂ ਲੜਕੇ ਵਾਲੇ ਮੈਨੂੰ ਵੇਖਣ ਆਏ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲੜਕੀ ਪਸੰਦ ਹੈ ਤੇ ਉਹ ਜਲਦੀ ਤੋਂ ਜਲਦੀ ਵਿਆਹ ਕਰਵਾਉਣਾ ਚਾਹੁੰਦੇ ਹਨ, ਪਰ ਮੇਰਾ ਦਿਲ ਨਹੀਂ ਮੰਨ ਰਿਹਾ ਸੀ। ਮੈਂ ਉਸ ਵਿਅਕਤੀ ਨੂੰ ਵੀ ਨਹੀਂ ਜਾਣਦੀ ਸੀ ਜਿਸ ਨੇ ਫੁੱਲ ਭੇਜੇ ਸਨ। ਸ਼ਾਇਦ ਇਹ ਮੇਰੀ ਕਿਸਮਤ ਸੀ। ਇਹ ਹੈਰਾਨੀਜਨਕ ਸੀ ਕਿ ਜਦੋਂ ਤੋਂ ਮੇਰਾ ਵਿਆਹ ਰਿਸ਼ਤਾ ਤੈਅ ਹੋਇਆ ਸੀ, ਸ਼ਾਇਦ ਉਸੇ ਦਿਨ ਉਸ ਨੂੰ ਪਤਾ ਲੱਗ ਗਿਆ ਸੀ ਕਿ ਮੇਰਾ ਰਿਸ਼ਤਾ ਫਾਈਨਲ ਹੋ ਗਿਆ ਹੈ, ਕਿਉਂਕਿ ਉਹ ਹੁਣ ਫੁੱਲ ਨਹੀਂ ਭੇਜਦਾ ਸੀ। ਸ਼ੁਰੂ ਵਿੱਚ ਮੈਂ ਉਦਾਸ ਮਹਿਸੂਸ ਕਰਨ ਲੱਗੀ, ਪਰ ਫਿਰ ਮੈਂ ਆਪਣਾ ਧਿਆਨ ਆਪਣੇ ਵਿਆਹ ਦੀਆਂ ਤਿਆਰੀਆਂ ਵੱਲ ਲਗਾ ਦਿੱਤਾ। ਜਲਦੀ ਹੀ ਮੇਰੀ ਭਰਜਾਈ ਨੇ ਮੇਰਾ ਵਿਆਹ ਆਪਣੀ ਪਸੰਦ ਦੇ ਲੜਕੇ ਨਾਲ ਤੈਅ ਕਰ ਦਿੱਤਾ। ਸਾਡੇ ਘਰ ਦੇ ਬਹੁਤ ਆਜ਼ਾਦ ਖਿਆਲਾਂ ਦੇ ਸਨ, ਇਸ ਲਈ ਵਿਆਹ ਤੋਂ ਪਹਿਲਾਂ ਹੀ ਮੈਂ ਵਿਰਾਟ ਨਾਲ ਕਈ ਵਾਰ ਆਮੋ-ਸਾਹਮਣੇ ਮਿਲ ਚੁੱਕੀ ਸੀ, ਪਰ ਮੈਂ ਹਰ ਵਾਰ ਉਸ ਬਾਰੇ ਇਹੀ ਗੱਲ ਨੋਟ ਕੀਤੀ ਕਿ ਉਹ ਬਹੁਤ ਹੀ ਸੀਰੀਅਸ ਅਤੇ ਸਧਾਰਨ ਜਿਹਾ ਮੁੰਡਾ ਹੈ। ਉਸ ਨੂੰ ਬਹੁਤਾ ਹਾਸਾ ਮਜ਼ਾਕ ਪਸੰਦ ਨਹੀਂ ਸੀ ਤੇ ਨਾ ਹੀ ਉਹ ਅੱਜ ਦੇ ਮੁੰਡਿਆਂ ਵਰਗਾ ਸੀ। ਉਹ ਕਿਸੇ ਨਾਲ ਇੰਨੀ ਗੱਲ ਵੀ ਨਹੀਂ ਕਰਦਾ ਸੀ। ਜਦੋਂ ਮੈਂ ਆਪਣੀ ਭਾਬੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸਨੇ ਮੈਨੂੰ ਕਿਹਾ ਕਿ ਇੰਨੀ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ। ਵਿਆਹ ਤੋਂ ਪਹਿਲਾਂ ਸਾਰੇ ਲੜਕੇ ਸ਼ਰਮੀਲੇ ਹੀ ਹੁੰਦੇ ਹਨ, ਪਰ ਵਿਆਹ ਤੋਂ ਬਾਅਦ ਸਭ ਕੁਝ ਬਦਲ ਜਾਂਦਾ ਹੈ। ਹੁਣ ਤੁਸੀਂ ਆਪਣੇ ਭਰਾ ਵੱਲ ਹੀ ਵੇਖੋ। ਵਿਆਹ ਤੋਂ ਪਹਿਲਾਂ ਉਹ ਕਿਵੇਂ ਸੀ ਅਤੇ ਹੁਣ ਉਹ ਮੇਰੇ ਪਿੱਛੇ ਘੁੰਮਦਾ ਰਹਿੰਦਾ ਹੈ। ਭਾਬੀ ਦੀਆਂ ਗੱਲਾਂ ਤੋਂ ਮੈਂ ਕਾਫੀ ਹੱਦ ਤੱਕ ਸੰਤੁਸ਼ਟ ਹੋ ਗਈ ਅਤੇ ਮੈਂ ਵਿਆਹ ਲਈ ਹਾਂ ਕਰ ਦਿੱਤੀ। ਮੇਰਾ ਵਿਆਹ ਵਿਰਾਟ ਨਾਲ ਹੋ ਗਿਆ। ਉਹ ਬਹੁਤ ਚੰਗਾ ਸੀ। ਉਹਨਾਂ ਦੇ ਘਰ ਵਿੱਚ ਮੇਰੀ ਇੱਕ ਸੱਸ, ਨਣਦ, ਦਿਓਰ ਅਤੇ ਅਸੀਂ ਦੋਵੇਂ ਰਹਿੰਦੇ ਸੀ। ਵਿਆਹ ਦੇ ਸ਼ੁਰੂਆਤੀ ਦਿਨ ਹੀ ਚੱਲ ਰਹੇ ਸਨ। ਸਭ ਕੁਝ ਠੀਕ ਚੱਲ ਰਿਹਾ ਸੀ, ਪਰ ਵਿਰਾਟ ਦੀਆਂ ਕੁਝ ਹਰਕਤਾਂ ਮੈਨੂੰ ਬਹੁਤ ਅਜੀਬ ਲੱਗ ਰਹੀਆਂ ਸੀ। ਉਹ ਹਰ ਰੋਜ਼ ਮੇਰੇ ਲਈ ਇੱਕ ਫੁੱਲ ਲੈ ਕੇ ਆਉਂਦਾ ਸੀ ਜੋ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ, ਪਰ ਕਿਉਂਕਿ ਮੇਰਾ ਨਵਾਂ ਵਿਆਹ ਹੋਇਆ ਸੀ ਮੈਂ ਉਸ ਨੂੰ ਕੁਝ ਨਹੀਂ ਕਹਿ ਸਕਦੀ ਸੀ। ਵਿਆਹ ਦੀ ਰਾਤ ਵੀ ਮੈਂ ਤਿਆਰ ਹੋ ਕੇ ਉਸ ਦੀ ਉਡੀਕ ਕਰ ਰਹੀ ਸੀ। ਜਦੋਂ ਉਹ ਮੇਰੇ ਕਮਰੇ ਵਿੱਚ ਦਾਖਲ ਹੋਇਆ ਤਾਂ ਮੈਂ ਆਪਣੇ ਪਤੀ ਨੂੰ ਦੇਖ ਕੇ ਬਹੁਤ ਖੁਸ਼ ਹੋਈ। ਦੂल्हे ਦੇ ਕੱਪੜਿਆਂ 'ਚ ਉਹ ਕਾਫੀ ਸਮਾਰਟ ਲੱਗ ਰਿਹਾ ਸੀ। ਮੇਰੇ ਮਨ ਵਿੱਚ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਹ ਮੇਰੇ ਕੋਲ ਆ ਕੇ ਬੈਠ ਗਿਆ। ਮੈਂ ਉਸ ਫੁੱਲ ਨੂੰ ਸੂੰਘ ਰਹੀ ਸੀ। ਉਹ ਮੇਰੇ ਨਾਲ ਗੱਲਾਂ ਕਰਨ ਲੱਗਾ, ਕਹਿਣ ਲੱਗਾ ਕਿ ਤੂੰ ਬਹੁਤ ਸੋਹਣੀ ਲੱਗ ਰਹੀ ਹੈ। ਮੈਂ ਉਸ ਦੀ ਦੁਆਰਾ ਆਪਣੀ ਤਾਰੀਫ ਕਰਨ ਤੇ ਅੰਦਰੋਂ ਮੁਸਕਰਾਈ ਅਤੇ ਮੈਂ ਸ਼ਰਮ ਨਾਲ ਸਿਰ ਝੁਕਾ ਲਿਆ। ਹੌਲੀ-ਹੌਲੀ ਸਾਡੀ ਗੱਲਬਾਤ ਸ਼ੁਰੂ ਹੋ ਗਈ। ਉਸਨੇ ਅਜੇ ਮੇਰਾ ਚਿਹਰਾ ਵੀ ਨਹੀਂ ਵੇਖਿਆ ਸੀ ਜਦੋਂ ਮੇਰੀਆਂ ਅੱਖਾਂ ਵਿੱਚ ਨੀਂਦ ਆਉਣ ਲੱਗੀ ਅਤੇ ਮੈਂ ਉੱਥੇ ਹੀ ਸੌਂ ਗਈ। ਜਦੋਂ ਸਵੇਰੇ ਉੱਠੀ ਤਾਂ ਮੈਨੂੰ ਬਹੁਤ ਸ਼ਰਮ ਮਹਿਸੂਸ ਹੋਈ, ਪਰ ਵਿਰਾਟ
ਨੇ ਕਿਹਾ ਕਿ ਠੀਕ ਹੈ, ਤੁਸੀਂ ਥਕਾਵਟ ਕਾਰਨ ਸੌਂ ਗਏ ਸੀ। ਉਹ ਮੈਨੂੰ ਸਮਝਦਾ ਸੀ। ਮੈਨੂੰ ਇਹ ਗੱਲ ਬਹੁਤ ਪਸੰਦ ਆਈ। ਅਗਲੇ ਹੀ ਦਿਨ ਘਰ ਵਿੱਚ ਕਈ ਮਹਿਮਾਨ ਆਏ ਹੋਏ ਸਨ। ਉਹਨਾਂ ਨਾਲ ਬੈਠ ਕੇ ਗੱਲਾਂ ਕਰਦੇ ਰਹੇ। ਇਸ ਕਾਰਨ ਮੈਂ ਵੀ ਬਹੁਤ ਥੱਕ ਗਈ ਸੀ। ਇਸੇ ਲਈ ਕਮਰੇ ਵਿੱਚ ਆਉਂਦਿਆਂ ਹੀ ਮੈਂ ਆਪਣੀ ਪਿੱਠ ਸਿੱਧੀ ਕਰਨ ਲਈ ਲੇਟ ਗਈ ਤੇ ਉਸ ਸਮੇਂ ਹੀ ਮੈਨੂੰ ਨੀਂਦ ਆ ਗਈ। ਮੈਨੂੰ ਸਵੇਰੇ ਬਹੁਤ ਡਰ ਲੱਗ ਰਿਹਾ ਸੀ ਕਿ ਵਿਰਾਟ ਗੁੱਸੇ ਹੋ ਜਾਵੇਗਾ। ਭਾਵੇਂ ਉਹ ਗੁੱਸੇ ਵਿੱਚ ਸੀ, ਉਸਨੇ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ। ਉਹ ਮੇਰੇ ਨਾਲ ਆਮ ਵਾਂਗ ਗੱਲਾਂ ਕਰਦਾ ਰਿਹਾ। ਇਹ ਕੁਝ ਦਿਨ ਪਹਿਲਾਂ ਦੀ ਗੱਲ ਹੈ, ਜਦੋਂ ਵਿਰਾਟ ਕੰਮ ਤੋਂ ਘਰ ਵਾਪਸ ਆਇਆ ਅਤੇ ਉਸ ਨੇ ਉਹ ਫੁੱਲ ਮੈਨੂੰ ਦਿੱਤਾ। ਜਦੋਂ ਮੈਂ ਉਸ ਫੁੱਲ ਨੂੰ ਸੁੰਘਿਆ ਤਾਂ ਇਸ ਨਾਲ ਮੇਰੀ ਨੱਕ ਮੱਚਣ ਲੱਗੀ ਅਤੇ ਮੈਨੂੰ ਫਿਰ ਨੀਂਦ ਆਉਣ ਲੱਗੀ। ਰਾਤ ਦੇ ਖਾਣੇ ਤੋਂ ਬਾਅਦ ਅਸੀਂ ਸੌਣ ਲਈ ਲੇਟ ਹੋ ਗਏ। ਮੈਨੂੰ ਬਹੁਤ ਨੀਂਦ ਆਉਣ ਲੱਗੀ। ਰਾਤ ਦੇ ਅਖੀਰਲੇ ਅੱਧ ਵਿੱਚ ਮੈਨੂੰ ਇੱਕ ਡਰਾਉਣਾ ਸੁਪਨਾ ਆਇਆ ਅਤੇ ਅਚਾਨਕ ਮੈਂ ਡਰ ਦੇ ਮਾਰੇ ਆਪਣੀਆਂ ਅੱਖਾਂ ਖੋਲ੍ਹੀਆਂ। ਜਦੋਂ ਮੈਂ ਵਿਰਾਟ ਨੂੰ ਬੁਲਾਇਆ ਤਾਂ ਮੈਂ ਹੈਰਾਨ ਰਹਿ ਗਈ। ਮੈਂ ਮੁੜ ਕੇ ਦੂਜੇ ਪਾਸੇ ਵੇਖਿਆ ਤਾਂ ਵਿਰਾਟ ਉੱਥੋਂ ਗਾਇਬ ਸੀ। ਮੈਂ ਬੜੀ ਮੁਸ਼ਕਲ ਨਾਲ ਉੱਠ ਕੇ ਕਮਰੇ ਵਿੱਚ ਚਾਰੇ ਪਾਸੇ ਵੇਖਿਆ, ਪਰ ਵਿਰਾਟ ਦਾ ਕੋਈ ਅਤਾ ਪਤਾ ਨਹੀਂ ਸੀ। ਬਾਥਰੂਮ ਵਿੱਚ ਵੀ ਚੈੱਕ ਕੀਤਾ, ਪਰ ਉਹ ਉੱਥੇ ਵੀ ਨਹੀਂ ਸੀ। ਮੈਂ ਡਰ ਗਈ ਅਤੇ ਫਿਰ ਬੈਠ ਗਈ। ਮੇਰੀ ਬਾਕੀ ਸਾਰੀ ਰਾਤ ਵਿਰਾਟ ਦੀ ਉਡੀਕ ਵਿੱਚ ਬੀਤ ਗਈ। ਸਵੇਰੇ ਨਾਸ਼ਤੇ ਦੀ ਮੇਜ਼ 'ਤੇ ਵਿਰਾਟ ਨੂੰ ਵੇਖ ਕੇ ਮੈਂ ਹੈਰਾਨ ਰਹਿ ਗਈ। ਮੈਂ ਪੁੱਛਿਆ, ਤੁਸੀਂ ਕਿੱਥੇ ਸੀ? ਤਾਂ ਉਹ ਕਹਿਣ ਲੱਗਾ ਕਿ ਤੂੰ ਬਹੁਤ ਜਲਦੀ ਸੌਂ ਗਈ ਸੀ। ਮੈਨੂੰ ਨੀਂਦ ਨਹੀਂ ਆਈ, ਇਸ ਲਈ ਮੈਂ ਸਾਰੀ ਰਾਤ ਹਾਲ ਵਿੱਚ ਬੈਠਾ ਰਿਹਾ। ਮੈਨੂੰ ਆਪਣੇ ਆਪ 'ਤੇ ਬਹੁਤ ਸ਼ਰਮ ਮਹਿਸੂਸ ਹੋਈ ਕਿ ਪਤਨੀ ਦਾ ਕੰਮ ਆਪਣੇ ਪਤੀ ਨੂੰ ਖੁਸ਼ ਰੱਖਣਾ ਹੈ ਤੇ ਮੈਂ ਹਰ ਰੋਜ਼ 8 ਵਜੇ ਸੌਂ ਜਾਂਦੀ ਹਾਂ। ਪਤਾ ਨਹੀਂ ਮੈਨੂੰ ਵਿਆਹ ਤੋਂ ਬਾਅਦ ਇੰਨੀ ਜਲਦੀ ਨੀਂਦ ਕਿਵੇਂ ਆਉਣ ਲੱਗੀ। ਮੇਰੇ ਘਰ ਮੈਂ ਰਾਤ ਦੇ 2 ਜਾਂ 3 ਵਜੇ ਤੱਕ ਨਹੀਂ ਸੌਂਦੀ ਸੀ। ਮੈਨੂੰ ਨਹੀਂ ਪਤਾ ਕਿ ਵਿਰਾਟ ਦੇ ਘਰ ਆਉਂਦੇ ਹੀ ਮੈਨੂੰ ਇੰਨੀ ਨੀਂਦ ਕਿਉਂ ਆਉਣ ਲੱਗੀ। ਮੈਨੂੰ ਵਿਰਾਟ ਦੇ ਚਿਹਰੇ 'ਤੇ ਕੋਈ ਨਾਰਾਜ਼ਗੀ ਨਜ਼ਰ ਨਹੀਂ ਆਈ, ਪਰ ਮੈਂ ਉਸ ਦੀ ਗੱਲ ਸਮਝ ਗਈ। ਅਗਲੇ ਦਿਨ ਮੈਂ ਦੁਪਹਿਰ ਨੂੰ ਇੰਨੀ ਨੀਂਦ ਲੈ ਲਈ ਸੀ ਕਿ ਰਾਤ ਨੂੰ ਜਲਦੀ ਨਹੀਂ ਸੌਂ ਸਕਦੀ ਸੀ। ਜਿਵੇਂ ਜਿਵੇਂ ਸ਼ਾਮ ਨੇੜੇ ਆਈ, ਮੈਂ ਤਿਆਰ ਹੋਣ ਲੱਗੀ। ਤਿਆਰ ਹੋ ਕੇ ਮੈਂ ਵਿਰਾਟ ਦੀ ਉਡੀਕ ਕਰਨ ਲੱਗੀ। ਜਿਵੇਂ ਹੀ ਉਹ ਦਫ਼ਤਰ ਤੋਂ ਆਇਆ, ਮੈਂ ਉਸ ਦੇ ਹੱਥੋਂ ਬੈਗ ਲੈ ਲਿਆ ਤੇ ਮੈਂ ਮੁਸਕਰਾ ਕੇ ਉਹਨਾਂ ਵੱਲ ਵੇਖਣ ਲੱਗੀ। ਮੈਨੂੰ ਲੱਗਦਾ ਸੀ ਕਿ ਉਹ ਮੇਰੀ ਤਾਰੀਫ਼ ਕਰੇਗਾ ਕਿ ਤੂੰ ਬਹੁਤ ਸੋਹਣੀ ਲੱਗ ਰਹੀ ਹੈ, ਪਰ ਸ਼ਾਇਦ ਉਸ ਨੇ ਮੈਨੂੰ ਚੰਗੀ ਤਰ੍ਹਾਂ ਵੇਖਿਆ ਵੀ ਨਹੀਂ ਸੀ। ਇਸੇ ਲਈ ਮੈਂ ਉਸ ਦੇ ਨੇੜੇ ਗਈ ਤਾਂ ਵਿਰਾਟ ਨੇ ਮੈਨੂੰ ਫੁੱਲ ਦਿੱਤਾ। ਬਸ ਫਿਰ ਕੀ ਸੀ, ਉਸ ਫੁੱਲ ਦੀ ਖੁਸ਼ਬੂ ਇੰਨੀ ਤੇਜ਼ ਸੀ, ਕੁਝ ਹੀ ਮਿੰਟਾਂ ਵਿੱਚ ਮੈਨੂੰ ਚੱਕਰ ਆਉਣ ਲੱਗੇ ਅਤੇ ਮੈਨੂੰ ਫਿਰ ਨੀਂਦ ਆ ਗਈ। ਫਿਰ ਪਤਾ ਨਹੀਂ ਕੀ ਹੋਇਆ, ਸਵੇਰੇ ਉੱਠੀ ਤਾਂ ਮੇਰਾ ਸਿਰ ਭਾਰਾ ਹੋ ਰਿਹਾ ਸੀ। ਅਚਾਨਕ ਮੇਰੀ ਨਜ਼ਰ ਮੇਰੇ ਹੱਥਾਂ ਪੈਰਾਂ 'ਤੇ ਪਈ ਅਤੇ ਮੈਂ ਡਰ ਗਈ। ਮੇਰੇ ਹੱਥਾਂ ਪੈਰਾਂ 'ਤੇ ਸੋਜ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਮਸਲਾ ਕੀ ਹੈ। ਵਿਰਾਟ ਵੀ ਕਮਰੇ ਵਿੱਚ ਮੌਜੂਦ ਨਹੀਂ ਸੀ। ਨਾਸ਼ਤੇ ਦੀ ਮੇਜ਼ 'ਤੇ ਮੇਰੀ ਸੱਸ ਨੇ ਮੈਨੂੰ ਪੁੱਛਿਆ, ਤੇਰੇ ਹੱਥਾਂ ਨੂੰ ਕੀ ਹੋਇਆ? ਮੈਂ ਘਬਰਾ ਗਈ ਅਤੇ ਕਿਹਾ ਕਿ ਮੈਨੂੰ ਨਹੀਂ ਪਤਾ, ਸੋਜ ਹੈ। ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਹੱਥਾਂ ਪੈਰਾਂ 'ਤੇ ਕੋਈ ਕਰੀਮ ਆਦਿ ਲਗਾ ਲਓ ਤਾਂ ਜੋ ਸੋਜ ਦੂਰ ਹੋ ਜਾਵੇ। ਉਸ ਨੇ ਮੈਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਚੰਗੀਆਂ ਪਤਨੀਆਂ ਆਪਣੇ ਪਤੀਆਂ ਲਈ ਸੁੰਦਰ ਹੁੰਦੀਆਂ ਹਨ। ਆਪਣੀ ਸੁੰਦਰਤਾ ਨੂੰ ਖਰਾਬ ਨਾ ਹੋਣ ਦਿਓ, ਪਤੀ ਕਾਬੂ ਵਿੱਚ ਰਹਿੰਦਾ ਹੈ। ਇਸੇ ਤਰ੍ਹਾਂ ਕੁਝ ਸਮੇਂ ਬਾਅਦ ਵਿਰਾਟ ਨੂੰ ਬਾਹਰੋਂ ਆਉਂਦਾ ਵੇਖਿਆ ਮੈਂ ਸਮਝ ਗਈ ਕਿ ਮੇਰੇ ਸੌਣ ਤੋਂ ਬਾਅਦ ਵਿਚਾਰਾ ਹਾਲ ਵਿੱਚ ਗਿਆ ਹੋਵੇਗਾ। ਮੇਰੀ ਸੱਸ ਚੰਗੀ ਔਰਤ ਸੀ। ਉਹ ਅਕਸਰ ਮੈਨੂੰ ਸਮਝਾਉਂਦੀ ਕਿ ਆਪਣੇ ਪਤੀ ਨੂੰ ਕਿਵੇਂ ਕਾਬੂ ਕਰਾਂ, ਪਰ ਮੈਂ ਉਸ ਨੂੰ ਕੀ ਦੱਸਾਂ। ਅਸੀਂ ਦੋਵੇਂ ਅਜੇ ਤੱਕ ਇੱਕ ਦੂਜੇ ਨੂੰ ਨਾਂ ਤੋਂ ਇਲਾਵਾ ਨਹੀਂ ਜਾਣਦੇ ਸੀ। ਵਿਆਹ ਨੂੰ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਸੀ ਅਤੇ ਮੈਂ ਵਿਰਾਟ ਦੇ ਸੁਭਾਅ ਨੂੰ ਧੁੱਪ ਅਤੇ ਛਾਂ ਵਾਂਗ ਕਦੇ ਵੀ ਨਹੀਂ ਸਮਝ ਸਕੀ ਸੀ। ਕਈ ਵਾਰ ਉਹ ਮੇਰੇ ਨਾਲ ਬਹੁਤ ਚੰਗਾ ਵਰਤਾਓ ਕਰਦਾ ਸੀ ਅਤੇ ਕਈ ਵਾਰ ਉਹ ਅਜਨਬੀ ਵਾਂਗ ਵਿਵਹਾਰ ਕਰਦਾ ਸੀ, ਜਿਵੇਂ ਉਹ ਮੈਨੂੰ ਜਾਣਦਾ ਵੀ ਨਹੀਂ ਹੈ। ਬੁੱਧਵਾਰ ਦਾ ਦਿਨ ਸੀ, ਜਦੋਂ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ ਕਿ ਅਚਾਨਕ ਵਿਰਾਟ ਮੇਰੇ ਕਮਰੇ ਵਿੱਚ ਦਾਖਲ ਹੋਇਆ। ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ। ਉਹ ਬਹੁਤ ਕਾਹਲੀ ਵਿੱਚ ਜਾਪਦਾ ਸੀ। ਮੈਂ ਚੁੱਪਚਾਪ ਬੈਠ ਕੇ ਉਹਨਾਂ ਵੱਲ ਵੇਖਣ ਲੱਗੀ। ਉਹ ਛੇਤੀ ਨਾਲ ਤਿਆਰ ਹੋ ਕੇ ਕਿਤੇ ਚਲਾ ਗਿਆ ਅਤੇ ਮੈਨੂੰ ਇਹ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਕਿ ਉਹ ਕਿੱਥੇ ਜਾ ਰਿਹਾ ਹੈ। ਮੈਂ ਪੁੱਛਣ ਦੀ ਕੋਸ਼ਿਸ਼ ਕੀਤੀ। ਉਹ ਮੇਰੇ ਨਾਲ ਝਗੜਨ ਲੱਗਾ ਅਤੇ ਕਿਹਾ, ਤੁਸੀਂ ਕੀ ਸੋਚਦੇ ਹੋ? ਆਪਣੇ ਕੰਮ ਦਾ ਧਿਆਨ ਰੱਖੋ। ਕੁਝ ਸਮੇਂ ਬਾਅਦ ਮੇਰੀ ਸੱਸ ਨੇ ਮੈਨੂੰ ਪੁੱਛਿਆ ਕਿ ਵਿਰਾਟ ਕਿੱਥੇ ਹੈ, ਤਾਂ ਮੈਂ ਘਬਰਾ ਗਈ। ਮੈਂ ਆਪਣੀ ਸੱਸ ਨੂੰ ਨਾ ਦੱਸਿਆ ਤੇ ਚੁੱਪਚਾਪ ਉੱਥੇ ਹੀ ਖੜੀ ਰਹੀ। ਮੇਰੇ ਪਤੀ ਦੀ ਸ਼ਿਕਾਇਤ ਕਰਕੇ ਮੈਂ ਉਸ ਨੂੰ ਗੁੱਸੇ ਨਹੀਂ ਕਰਨਾ ਚਾਹੁੰਦੀ ਸੀ। ਵੈਸੇ ਵੀ ਉਹ ਮੇਰੇ ਨਾਲ ਗੁੱਸੇ ਵਿੱਚ ਰਹਿੰਦਾ ਸੀ। ਇੱਕ ਦਿਨ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਅੱਜ ਨੀਂਦ ਨਾ ਆਵੇ, ਪਰ ਜਿਵੇਂ ਹੀ ਵਿਰਾਟ ਆਇਆ ਉਸ ਨੇ ਮੈਨੂੰ ਫੁੱਲ ਦਿੱਤਾ ਤੇ ਫੁੱਲ ਦੀ ਮਹਿਕ ਕਾਰਨ ਮੈਂ ਸੌਂ ਗਈ। ਮੈਂ ਅਗਲੇ ਦਿਨ ਵਿਰਾਟ ਨੂੰ ਦੱਸਿਆ ਕਿ ਤੁਸੀਂ ਅਜਿਹਾ ਫੁੱਲ ਮੈਨੂੰ ਨਾ ਲਿਆ ਕੇ ਦਿਆ ਕਰੋ। ਉਸ ਦੀ ਮਹਿਕ ਨਾਲ ਸ਼ਾਇਦ ਮੈਂ ਜਲਦੀ ਸੌਂ ਜਾਂਦੀ ਹਾਂ, ਪਰ ਮੇਰੀ ਗੱਲ ਸੁਣ ਕੇ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਕਿਹਾ ਕਿ ਤੁਸੀਂ ਆਪਣੀ ਨੀਂਦ
ਨੀਂਦ ਨਾ ਆਉਣ ਲਈ ਮੇਰੇ ਫੁੱਲ ਨੂੰ ਕਿਉਂ ਦੋਸ਼ੀ ਠਹਿਰਾ ਰਹੇ ਹੋ? ਤੂੰ ਆਪ ਤਾਂ ਹਰ ਵੇਲੇ ਸੁੱਤੀ ਰਹਿੰਦੀ ਆ, ਤੈਨੂੰ ਮੇਰੀ ਕੋਈ ਪਰਵਾਹ ਨਹੀਂ। ਜਦੋਂ ਪਤੀ ਕੰਮ ਤੋਂ ਘਰ ਆਉਂਦੇ ਹਨ ਤਾਂ ਪਤਨੀਆਂ ਉਹਨਾਂ ਦਾ ਮੁਸਕਰਾਹਟ ਨਾਲ ਸਵਾਗਤ ਕਰਦੀਆਂ ਹਨ ਅਤੇ ਤੁਸੀਂ ਹਮੇਸ਼ਾ ਸੁੱਤੇ ਰਹਿੰਦੇ ਹੋ। ਕੀ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਇੱਕ ਚੰਗੀ ਪਤਨੀ ਕੀ ਹੁੰਦੀ ਹੈ? ਮੈਂ ਉਸ ਦੀ ਗੱਲ ਸੁਣ ਕੇ ਬਹੁਤ ਰੋਈ, ਪਰ ਮੇਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੇ ਦਿੱਤੇ ਫੁੱਲ ਦੇ ਕਾਰਨ ਮੈਨੂੰ ਨੀਂਦ ਆ ਜਾਂਦੀ ਸੀ ਅਤੇ ਸਵੇਰੇ ਮੇਰੇ ਹੱਥ ਪੈਰ ਵੀ ਸੁੱਜਣ ਲੱਗ ਪੈਂਦੇ ਸਨ। ਮੈਂ ਆਪਣੇ ਆਪ ਨੂੰ ਸੌਣ ਤੋਂ ਰੋਕ ਨਹੀਂ ਸਕਦੀ ਸੀ। ਹੁਣ ਮੇਰੀ ਸੱਸ ਨੂੰ ਵੀ ਸਭ ਕੁਝ ਪਤਾ ਲੱਗ ਗਿਆ ਸੀ ਕਿ ਸਾਡੇ ਵਿਚਕਾਰ ਕੀ ਚੱਲ ਰਿਹਾ ਹੈ। ਉਹ ਵੀ ਮੈਨੂੰ ਕਈ ਗੱਲਾਂ ਸੁਣਾਉਣ ਲੱਗੀ ਕਿ ਮੈਂ ਆਪਣੇ ਪਤੀ ਵਿੱਚ ਦਿਲਚਸਪੀ ਲੈਣ ਦੀ ਬਜਾਏ ਹਮੇਸ਼ਾ ਸਮਝਦੀ ਰਹਿੰਦੀ ਹਾਂ। ਮੈਂ ਕਮਰੇ ਵਿੱਚ ਆ ਕੇ ਬਹੁਤ ਰੋਣ ਲੱਗੀ। ਮੈਂ ਸ਼ੁਰੂ ਤੋਂ ਹੀ ਪੂਰੇ ਮਾਮਲੇ ਦੀ ਜਾਂਚ ਕੀਤੀ। ਮੈਂ ਇਹੀ ਸਮਝਿਆ ਕਿ ਇਸ ਫੁੱਲ ਵਿੱਚ ਹੀ ਕੁਝ ਗੜਬੜ ਹੈ। ਇਸ ਫੁੱਲ ਵਿੱਚ ਕੁਝ ਅਜਿਹਾ ਹੈ ਜੋ ਮੇਰੇ ਲਈ ਠੀਕ ਨਹੀਂ ਹੈ। ਵਿਸ਼ਾਲ ਜੋ ਫੁੱਲ ਲਿਆ ਕੇ ਦਿੰਦਾ ਸੀ ਉਹ ਕਿਧਰੇ ਵੀ ਨਹੀਂ ਮਿਲਿਆ। ਇਸ ਦਾ ਮਤਲਬ ਇਹ ਸੀ ਕਿ ਉਹ ਬਾਹਰੋਂ ਹੀ ਕੁਝ ਫੁੱਲ ਦੇ ਉੱਪਰ ਕੁਝ ਲਗਾ ਕੇ ਆਉਂਦਾ ਹੈ। ਰਾਤ ਨੂੰ ਜੋ ਵਿਸ਼ਾਲ ਘਰ ਆਇਆ ਤਾਂ ਉਹ ਫਰੈਸ਼ ਹੋਣ ਲਈ ਬਾਥਰੂਮ ਗਿਆ ਤਾਂ ਮੈਂ ਚੋਰੀ ਛਿਪੇ ਉਸ ਦੇ ਬੈਗ ਦੀ ਤਲਾਸ਼ੀ ਲਈ। ਮੈਨੂੰ ਉਸ ਦੇ ਬੈਗ ਵਿੱਚ ਇੱਕ ਸਪਰੇਅ ਦਾ ਡੱਬਾ ਮਿਲਿਆ। ਮੈਂ ਕਾਹਲੀ ਨਾਲ ਉਸ ਫੁੱਲ ਨੂੰ ਸੁੰਘ ਲਿਆ। ਅਚਾਨਕ ਮੇਰੇ ਮਨ ਵਿੱਚ ਖਿਆਲ ਆਇਆ ਕਿ ਇਸ ਫੁੱਲ ਦੀ ਬਦੌਲਤ ਹੀ ਮੈਂ ਸੌਂ ਜਾਂਦੀ ਹਾਂ। ਇਹ ਮੈਂ ਕੀ ਕੀਤਾ? ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਕੁਝ ਦੇਰ ਵਿੱਚ ਹੀ ਮੈਂ ਸੌਂ ਗਈ। ਮੇਰਾ ਪਤੀ ਮੈਨੂੰ ਕਈ ਗੱਲਾਂ ਸੁਣਾਉਂਦਾ ਸੀ ਕਿ ਮੈਂ ਦੂਜੀਆਂ ਪਤਨੀਆਂ ਵਾਂਗ ਉਸ ਦਾ ਇੰਤਜ਼ਾਰ ਨਹੀਂ ਕਰਦੀ, ਸਗੋਂ ਉਸ ਦੇ ਆਉਂਦੇ ਹੀ ਸੌਂ ਜਾਂਦੀ ਹਾਂ। ਪਰ ਜਦੋਂ ਵੀ ਮੈਂ ਉਸ ਫੁੱਲ ਦਾ ਜ਼ਿਕਰ ਕਰਦੀ ਤਾਂ ਉਹ ਗੁੱਸੇ ਹੋ ਜਾਂਦਾ, ਕਹਿੰਦਾ ਕਿ ਮੈਂ ਉਹ ਫੁੱਲ ਲੈ ਕੇ ਆਇਆ ਹਾਂ, ਮੈਂ ਕਿਉਂ ਨਹੀਂ ਸਮਝਦਾ। ਉਹਦੇ ਖਿਆਲ ਵਿੱਚ ਮੈਂ ਉਸ ਤੋਂ ਦੂਰ ਰਹਿਣ ਦੇ ਬਹਾਨੇ ਬਣਾ ਰਹੀ ਸੀ, ਪਰ ਮੈਂ ਉਸ ਨੂੰ ਕਿਵੇਂ ਸਮਝਾਉਂਦੀ? ਮੈਂ ਖੁਦ ਵੀ ਇਹ ਸਾਰਾ ਮਾਮਲਾ ਸਮਝ ਨਹੀਂ ਪਾ ਰਹੀ ਸੀ ਕਿ ਫੁੱਲ ਨਾਲ ਮੈਨੂੰ ਨੀਂਦ ਕਿਉਂ ਆਉਂਦੀ ਹੈ। ਮੈਂ ਹਰ ਰੋਜ਼ ਇਸ ਤਰ੍ਹਾਂ ਦੇ ਡਰਾਮੇ ਤੋਂ ਤੰਗ ਆ ਗਈ ਸੀ। ਇਸ ਲਈ ਮੈਂ ਇਸ ਫੁੱਲ ਵਾਲੇ ਰਾਜ ਬਾਰੇ ਜਾਣਨ ਦਾ ਫੈਸਲਾ ਕੀਤਾ। ਵਿਰਾਟ ਦੇ ਆਉਣ ਤੋਂ ਪਹਿਲਾਂ ਮੈਂ ਨੱਕ ਵਿੱਚ ਬਹੁਤ ਸਾਰੀ ਰੂੰ ਪਾ ਲਈ। ਜਦੋਂ ਵਿਰਾਟ ਆਇਆ ਤਾਂ ਮੈਂ ਉਸ ਦੇ ਸਾਹਮਣੇ ਸੌਣ ਦਾ ਬਹਾਨਾ ਕਰਨ ਲੱਗੀ ਅਤੇ ਮੈਂ ਜਾ ਕੇ ਮੰਜੇ 'ਤੇ ਲੇਟ ਗਈ। ਮੈਂ ਅੱਖਾਂ ਬੰਦ ਕਰ ਲਈਆਂ ਤਾਂ ਜੋ ਇੰਜ ਲੱਗੇ ਜਿਵੇਂ ਮੈਂ ਸੌਂ ਰਹੀ ਹੋਵਾਂ। ਜਦੋਂ ਮੈਂ ਥੋੜ੍ਹੀ ਜਿਹੀ ਅੱਖ ਖੋਲ੍ਹ ਕੇ ਉਸ ਵੱਲ ਵੇਖਿਆ ਤਾਂ ਵਿਰਾਟ ਨੇ ਆਪਣੇ ਬੈਗ ਵਿੱਚੋਂ ਉਹੀ ਸਪਰੇਅ ਕੱਢ ਕੇ ਮੇਰੇ ਉੱਤੇ ਫੇਰ ਛਿੜਕ ਦਿੱਤੀ। ਮੈਂ ਹੈਰਾਨ ਸੀ, ਜਾਣੀ ਉਹ ਖੁਦ ਚਾਹੁੰਦਾ ਸੀ ਕਿ ਮੈਂ ਸੌਂ ਜਾਵਾਂ ਅਤੇ ਮੇਰੇ 'ਤੇ ਦੋਸ਼ ਲਾਉਂਦਾ ਰਿਹਾ ਕਿ ਮੈਂ ਜਾਣ-ਬੁੱਝ ਕੇ ਸੌਂ ਜਾਂਦੀ ਹਾਂ। ਇਹ ਸ਼ੁਕਰ ਸੀ ਕਿ ਮੈਂ ਆਪਣਾ ਨੱਕ ਰੂੰ ਨਾਲ ਬੰਦ ਕਰ ਲਿਆ ਸੀ ਅਤੇ ਸਾਹ ਲੈਣਾ ਬੰਦ ਕਰ ਦਿੱਤਾ ਸੀ ਤਾਂ ਜੋ ਸਪਰੇਅ ਮੇਰੇ 'ਤੇ ਅਸਰ ਨਾ ਕਰੇ। ਮੇਰੇ 'ਤੇ ਸਪਰੇਅ ਛਿੜਕ ਕੇ ਉਹ ਖੁਦ ਨਹਾਉਣ ਲਈ ਚਲਾ ਗਿਆ ਅਤੇ ਇਸ਼ਨਾਨ ਕਰਨ ਤੋਂ ਬਾਅਦ ਕਮਰੇ ਤੋਂ ਬਾਹਰ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਮੈਂ ਇਹ ਦੇਖਣ ਲਈ ਖੜੀ ਹੋਈ ਕਿ ਉਹ ਕਿੱਥੇ ਜਾ ਰਿਹਾ ਹੈ। ਵਿਰਾਟ ਸਾਰੀ ਰਾਤ ਹਾਲ ਵਿੱਚ ਬੈਠਾ ਕਿਸੇ ਨਾਲ ਫੋਨ 'ਤੇ ਗੱਲਾਂ ਕਰਦਾ ਰਿਹਾ। ਮੈਂ ਉਲਝਣ ਵਿੱਚ ਸੀ ਕਿ ਇਹ ਸਭ ਕੀ ਹੋ ਰਿਹਾ ਹੈ। ਉਹ ਮੈਨੂੰ ਆਪਣੇ ਤੋਂ ਦੂਰ ਕਿਉਂ ਰੱਖ ਰਿਹਾ ਸੀ? ਉਹ ਮੇਰੇ ਨਾਲ ਅਜਿਹਾ ਕਿਉਂ ਕਰ ਰਿਹਾ ਸੀ? ਸ਼ਾਇਦ ਉਹ ਮੈਨੂੰ ਪਸੰਦ ਨਹੀਂ ਕਰਦਾ ਸੀ। ਮੈਂ ਉਸ ਦੇ ਦਿਲ ਵਿੱਚ ਜਗ੍ਹਾ ਬਣਾਉਣਾ ਚਾਹੁੰਦੀ ਸੀ। ਇਸ ਲਈ ਅਗਲੇ ਦਿਨ ਮੈਂ ਪਤੀ ਲਈ ਕੁਝ ਤੋਹਫ਼ਾ ਲੈਣ ਲਈ ਬਾਜ਼ਾਰ ਜਾਣ ਦਾ ਫੈਸਲਾ ਕੀਤਾ। ਉਸ ਦਾ ਜਨਮ ਦਿਨ ਵੀ ਨੇੜੇ ਆ ਰਿਹਾ ਸੀ ਅਤੇ ਮੈਂ ਉਸ ਨੂੰ ਇੱਕ ਪਿਆਰਾ ਜਿਹਾ ਤੋਹਫ਼ਾ ਦੇਣਾ ਚਾਹੁੰਦੀ ਸੀ। ਇਸ ਬਹਾਨੇ ਉਸ ਦਾ ਦਿਲ ਮੇਰੇ ਵੱਲ ਪਿਘਲ ਜਾਵੇਗਾ। ਮੈਂ ਤੋਹਫ਼ੇ ਖਰੀਦ ਕੇ ਸ਼ਾਪਿੰਗ ਮਾਲ ਤੋਂ ਬਾਹਰ ਨਿਕਲ ਰਹੀ ਸੀ ਜਦੋਂ ਮੇਰੀ ਨਜ਼ਰ ਸੜਕ ਦੇ ਕਿਨਾਰੇ ਖੜੀ ਵਿਰਾਟ ਦੀ ਕਾਰ 'ਤੇ ਪਈ। ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਇਸ ਸਮੇਂ ਉਸ ਨੂੰ ਦਫ਼ਤਰ ਵਿੱਚ ਹੋਣਾ ਚਾਹੀਦਾ ਸੀ। ਉਹ ਇੱਥੇ ਕੀ ਕਰ ਰਿਹਾ ਹੈ? ਉਸੇ ਸਮੇਂ ਵਿਰਾਟ ਦੇ ਨਾਲ ਕਾਰ 'ਚੋਂ ਇੱਕ ਖੂਬਸੂਰਤ ਲੜਕੀ ਬਾਹਰ ਆਈ। ਉਹ ਉਸ ਸੋਹਣੀ ਲੜਕੀ ਨਾਲ ਇੱਕ ਹੋਟਲ ਵਿੱਚ ਗਿਆ। ਮੈਂ ਉਹਨਾਂ ਦਾ ਪਿੱਛਾ ਕੀਤਾ। ਜਦੋਂ ਮੈਂ ਅੰਦਰ ਗਈ ਤਾਂ ਵੇਖਿਆ ਕਿ ਦੋਵੇਂ ਲੰਚ ਕਰ ਰਹੇ ਸਨ। ਮੈਂ ਗੁੱਸੇ ਨਾਲ ਘਰ ਵਾਪਸ ਆ ਗਈ ਕਿ ਮੈਂ ਇਸ ਲੜਕੇ ਦਾ ਧਿਆਨ ਖਿੱਚਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਅਤੇ ਉਹ ਦੂਜੀਆਂ ਕੁੜੀਆਂ ਦੇ ਪਿੱਛੇ ਜਾਂਦਾ ਹੈ। ਉਸ ਦਿਨ ਮੈਂ ਮੰਨ ਲਿਆ ਕਿ ਇਹ ਇੱਕ ਇਤਫਾਕ ਹੋ ਸਕਦਾ ਹੈ ਕਿ ਉਹ ਕੁੜੀ ਉਸਦੇ ਕਾਲਜ ਦੇ ਦੋਸਤਾਂ ਵਿੱਚੋਂ ਇੱਕ ਜਾਂ ਉਸਦੀ ਚਚੇਰੀ ਭੈਣ ਆਦਿ ਕੋਈ ਹੋਵੇ। ਇਹ ਸੋਚ ਕੇ ਮੈਂ ਆਪਣੇ ਮਨ ਨੂੰ ਝੂਠੀ ਤਸੱਲੀ ਦਿੱਤੀ। ਪਰ ਕੁਝ ਦਿਨਾਂ ਬਾਅਦ ਮੈਂ ਦੋਹਾਂ ਨੂੰ ਫਿਰ ਇਕੱਠੇ ਵੇਖਿਆ। ਉਸ ਦਿਨ ਜਦੋਂ ਮੈਂ ਆਪਣੇ ਪੇਕੇ ਘਰ ਤੋਂ ਵਾਪਸ ਆ ਰਹੀ ਸੀ ਤਾਂ ਇੱਕ ਸਿਗਨਲ 'ਤੇ ਕਾਰ ਰੁਕੀ ਅਤੇ ਮੈਂ ਉਹਨਾਂ ਦੋਵਾਂ ਨੂੰ ਵੇਖਿਆ। ਉਹ ਦੋਵੇਂ ਹਸਪਤਾਲ ਅੰਦਰ ਜਾ ਰਹੇ ਸੀ। ਹੁਣ ਮੇਰਾ ਸ਼ੱਕ ਵਿਸ਼ਵਾਸ ਵਿੱਚ ਬਦਲ ਗਿਆ ਸੀ ਕਿ ਇਹ ਵਿਅਕਤੀ ਮੇਰੇ ਨਾਲ ਧੋਖਾ ਕਰ ਰਿਹਾ ਹੈ। ਮੇਰੇ ਉੱਤੇ
ਉੱਥੇ ਹੋਣ ਦੇ ਬਾਵਜੂਦ ਉਸ ਦਾ ਕਿਸੇ ਹੋਰ ਨਾਲ ਅਫੇਅਰ ਚੱਲ ਰਿਹਾ ਸੀ ਅਤੇ ਮੈਂ ਉਸ ਦੀਆਂ ਸਾਰੀਆਂ ਖੇਡਾਂ ਨੂੰ ਸਮਝਣ ਲੱਗੀ। ਬੇਸ਼ੱਕ ਮੇਰਾ ਪਤੀ ਮੇਰੇ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਹਰ ਰਾਤ ਉਹ ਮੈਨੂੰ ਸਵਾ ਦਿੰਦਾ ਅਤੇ ਉਸ ਕੋਲ ਜਾਂਦਾ। ਮੈਂ ਫੈਸਲਾ ਕਰ ਲਿਆ ਕਿ ਮੈਂ ਇਸ ਰਾਤ ਦੀ ਤਹਿ ਤੱਕ ਪਹੁੰਚਾਂਗੀ। ਮੈਂ ਕਦੇ ਵੀ ਆਪਣੇ ਪਤੀ ਨੂੰ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੀ। ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ। ਮੈਂ ਸੋਚਿਆ ਸੀ ਕਿ ਉਸ ਦਾ ਇਸ ਔਰਤ ਨਾਲ ਅਫੇਅਰ ਸੀ। ਮੈਂ ਉਹਨਾਂ ਨੂੰ ਉਸ ਦੇ ਚੁੰਗਲ ਵਿੱਚੋਂ ਕੱਢ ਕੇ ਰਹਾਂਗੀ। ਉਹਨਾਂ ਦਿਨਾਂ ਵਿੱਚ ਮੈਨੂੰ ਇੱਕ ਹੋਰ ਮੁਸ਼ਕਲ ਦਾ ਵੀ ਸਾਹਮਣਾ ਕਰਨਾ ਪਿਆ। ਹਰ ਰੋਜ਼ ਮੇਰੀ ਸੱਸ ਮੈਨੂੰ ਪੁੱਛਦੀ ਕਿ ਮੇਰੀ ਨੂੰਹ ਖੁਸ਼ਖਬਰੀ ਕਦੋਂ ਸੁਣਾਵੇਂਗੀ। ਮੈਂ ਸੱਸ ਦੇ ਅਜਿਹੇ ਸਵਾਲਾਂ ਨਾਲ ਬਹੁਤ ਘਬਰਾ ਜਾਂਦੀ ਸੀ, ਪਰ ਇੰਝ ਲੱਗਦਾ ਸੀ ਜਿਵੇਂ ਵਿਰਾਟ ਨੂੰ ਇਸ ਬਾਰੇ ਕੋਈ ਖਬਰ ਨਹੀਂ ਸੀ। ਇਸ ਲਈ ਉਹ ਆਪਣੇ ਕੰਮ ਵਿੱਚ ਇੰਨਾ ਰੁੱਝਿਆ ਰਿਹਾ ਅਤੇ ਹੁਣ ਜਿੱਦ ਕਾਰਨ ਮੈਂ ਵੀ ਉਸ ਨੂੰ ਕੁਝ ਵੀ ਕਹਿਣਾ ਬੰਦ ਕਰ ਦਿੱਤਾ ਸੀ ਅਤੇ ਜਾਣ-ਬੁੱਝ ਕੇ ਉਸ ਫੁੱਲ ਨੂੰ ਸੁੰਘ ਲਿਆ ਤੇ ਮੈਂ ਜਲਦੀ ਸੌਂ ਜਾਂਦੀ ਸੀ। ਮੈਂ ਸਾਰਾ ਦਿਨ ਉਲਝਣ ਵਿੱਚ ਹੀ ਗੁਜ਼ਾਰਦੀ ਸੀ। ਇੱਕ ਦਿਨ ਇਹਨਾਂ ਸਾਰੀਆਂ ਗੱਲਾਂ ਦੇ ਤਣਾਅ ਕਾਰਨ ਮੇਰਾ BP ਵੱਧ ਗਿਆ ਤੇ ਮੈਂ ਬੇਹੋਸ਼ ਹੋ ਗਈ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਹਸਪਤਾਲ ਵਿੱਚ ਸੀ। ਡਾਕਟਰ ਨੇ ਮੈਨੂੰ ਦੱਸਿਆ ਕਿ ਤੁਹਾਡੇ ਪਤੀ ਨੇ ਤੁਹਾਡਾ ਬਹੁਤ ਧਿਆਨ ਰੱਖਿਆ ਹੈ। ਉਹ ਪਿਛਲੇ 2 ਦਿਨਾਂ ਤੋਂ ਇੱਥੇ ਹੀ ਸੀ। ਡਾਕਟਰ ਦੀਆਂ ਗੱਲਾਂ ਸੁਣ ਕੇ ਮੈਨੂੰ ਖੁਸ਼ੀ ਦੇ ਨਾਲ ਹੈਰਾਨੀ ਵੀ ਹੋਈ, ਪਰ ਜਿਵੇਂ ਹੀ ਮੇਰੀ ਨਜ਼ਰ ਉਸ ਡਾਕਟਰ 'ਤੇ ਪਈ, ਮੈਂ ਹੈਰਾਨ ਰਹਿ ਗਈ। ਉਹ ਉਹੀ ਕੁੜੀ ਸੀ ਜਿਸ ਨੂੰ ਮੈਂ ਆਪਣੇ ਪਤੀ ਨਾਲ 2 ਵਾਰ ਵੇਖਿਆ ਸੀ। ਡਾਕਟਰ ਮੁਸਕਰਾਉਂਦੀ ਹੋਈ ਉੱਥੋਂ ਚਲੀ ਗਈ। ਮੈਂ ਕੁਝ ਸਮਾਂ ਪਹਿਲਾਂ ਆਪਣੇ ਪਤੀ ਦੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਹੋਈ। ਹੁਣ ਮੈਨੂੰ ਸਮਝ ਆਇਆ ਕਿ ਉਹ ਇੱਥੇ 2 ਦਿਨ ਕਿਉਂ ਰਿਹਾ। ਯਕੀਨਨ ਮੇਰੇ ਕਾਰਨ ਉਸ ਨੂੰ ਇਸ ਡਾਕਟਰ ਦੇ ਨੇੜੇ ਹੋਣ ਦਾ ਚੰਗਾ ਮੌਕਾ ਮਿਲਿਆ ਹੋਵੇਗਾ। ਉਹ ਡਾਕਟਰ ਸੀ ਇੰਨੀ ਸੋਹਣੀ ਕਿ ਕਿਸੇ ਦਾ ਵੀ ਦਿਲ ਆ ਜਾਵੇ, ਤੇ ਇਹੀ ਗੱਲ ਮੇਰੇ ਦਿਲ ਨੂੰ ਚੁੱਪ ਕਰਾਉਂਦੀ ਸੀ। ਜਦੋਂ ਮੇਰੀ ਸਿਹਤ ਠੀਕ ਹੋ ਗਈ ਤਾਂ ਭਾਬੀ ਅਤੇ ਭਰਾ ਮੈਨੂੰ ਲੈਣ ਆਏ। ਉਸ ਨੇ ਕਿਹਾ ਕੁਝ ਦਿਨ ਸਾਡੇ ਕੋਲ ਰਹੇ। ਮੈਂ ਉਹਨਾਂ ਨਾਲ ਆਪਣੇ ਪੇਕੇ ਘਰ ਆ ਗਈ। ਆਪਣੇ ਕਮਰੇ ਵਿੱਚ ਆ ਕੇ ਜਦੋਂ ਮੈਂ ਅਲਮਾਰੀ ਵਿੱਚੋਂ ਕੱਪੜੇ ਕੱਢੇ ਤਾਂ ਮੈਨੂੰ ਕਈ ਸੁੱਕੇ ਹੋਏ ਫੁੱਲ ਮਿਲੇ। ਉਹਨਾਂ ਫੁੱਲਾਂ ਨੂੰ ਵੇਖ ਕੇ ਮੈਨੂੰ ਸਭ ਕੁਝ ਯਾਦ ਆ ਗਿਆ ਕਿ ਕੋਈ ਮੈਨੂੰ ਪਿਆਰ ਕਰਦਾ ਸੀ ਤੇ ਪਾਗਲਾਂ ਵਾਂਗ ਹਰ ਰੋਜ਼ ਮੈਨੂੰ ਫੁੱਲ ਭੇਜਦਾ ਸੀ ਅਤੇ ਮੈਂ ਅੱਜ ਜਿਸ ਨੂੰ ਚਾਹੁੰਦੀ ਹਾਂ ਉਸ ਨੂੰ ਮੇਰੀ ਕੋਈ ਕਦਰ ਹੀ ਨਹੀਂ। ਅਗਲੇ ਦਿਨ ਭਰਾ ਮੈਨੂੰ ਦੁਬਾਰਾ ਹਸਪਤਾਲ ਲੈ ਗਿਆ ਕਿਉਂਕਿ ਡਾਕਟਰ ਨੇ ਕਿਹਾ ਸੀ ਕਿ ਤੁਸੀਂ ਆਪਣਾ ਚੈੱਕਅਪ ਦੁਬਾਰਾ ਕਰਵਾਓ। ਮੈਂ ਭਰਾ ਨਾਲ ਉਸੇ ਗੈਲਰੀ ਵਿੱਚ ਬੈਠੀ ਸੀ ਜਦੋਂ ਮੈਂ ਵਿਰਾਟ ਨੂੰ ਉਸੇ ਡਾਕਟਰ ਕੁੜੀ ਨਾਲ ਉਸ ਕਮਰੇ ਵਿੱਚ ਜਾਂਦਾ ਵੇਖਿਆ। ਉਸ ਕੁੜੀ ਦੀ ਗੋਦੀ ਵਿੱਚ ਇੱਕ ਬੱਚਾ ਵੀ ਸੀ। ਇਹ ਵੇਖ ਕੇ ਮੇਰਾ ਮਨ ਦੁੱਖ ਨਾਲ ਭਰ ਗਿਆ। ਮੈਂ ਬਿਮਾਰ ਸੀ ਅਤੇ ਮੇਰਾ ਪਤੀ ਆਪਣੇ ਗਲਤ ਕੰਮਾਂ ਵਿੱਚ ਰੁੱਝਿਆ ਹੋਇਆ ਸੀ। ਮੈਂ ਦੌੜ ਕੇ ਕਾਰ ਵਿੱਚ ਬੈਠ ਗਈ ਅਤੇ ਰੋਣ ਲੱਗ ਪਈ। ਵਿਚਾਰਾ ਮੇਰਾ ਭਰਾ ਮੈਨੂੰ ਦੇਖ ਕੇ ਬਹੁਤ ਪਰੇਸ਼ਾਨ ਹੋਇਆ ਤੇ ਪੁੱਛਣ ਲੱਗਾ ਕਿ ਕੀ ਹੋਇਆ, ਚੈੱਕਅਪ ਕਿਉਂ ਨਹੀਂ ਕਰਵਾਇਆ। ਮੈਂ ਕਿਹਾ ਨਹੀਂ, ਮੈਂ ਕਿਸੇ ਹੋਰ ਸਮੇਂ ਕਰਵਾ ਲਵਾਂਗੀ। ਇਸ ਸਮੇਂ ਮੈਂ ਹਸਪਤਾਲ ਵਿੱਚ ਘਬਰਾਹਟ ਮਹਿਸੂਸ ਕਰ ਰਹੀ ਹਾਂ। ਭਰਾ ਨੇ ਪੁੱਛਿਆ ਕੀ ਹੋਇਆ, ਤੁਸੀਂ ਠੀਕ ਹੋ? ਮੈਂ ਕਿਹਾ ਹਾਂ ਵੀਰੇ, ਮੈਂ ਬਿਲਕੁਲ ਠੀਕ ਹਾਂ, ਮੈਨੂੰ ਘਰ ਜਾਣ ਦਾ ਮਨ ਹੈ। ਖੈਰ ਫਿਰ ਅਸੀਂ ਘਰ ਵਾਪਸ ਆ ਗਏ। ਘਰ ਆ ਕੇ ਮੈਂ ਗੁੱਸੇ ਨਾਲ ਇੱਧਰ ਉੱਧਰ ਤੁਰਦੀ ਰਹੀ। ਮੇਰਾ ਮਨ ਕਰਦਾ ਸੀ ਕਿ ਮੈਂ ਉਸ ਕੁੜੀ ਨੂੰ ਜੋ ਮੇਰਾ ਪਤੀ ਉਸ ਤੋਂ ਛੁਟਕਾਰਾ ਪਾ ਲਵੇ ਅਤੇ ਕੇਵਲ ਮੇਰਾ ਹੀ ਰਹੇ। ਅਗਲੇ ਦਿਨ ਮੈਂ ਆਪਣੀ ਭਰਜਾਈ ਨੂੰ ਦੱਸਿਆ ਅਤੇ ਹਸਪਤਾਲ ਆ ਗਈ। ਮੇਰਾ ਇਰਾਦਾ ਅੱਜ ਉਸ ਡਾਕਟਰ ਨਾਲ ਚੰਗੀ ਤਰ੍ਹਾਂ ਗੱਲ ਕਰਨ ਦਾ ਸੀ। ਜਦੋਂ ਮੈਂ ਰਿਸੈਪਸ਼ਨ ਤੋਂ ਪਤਾ ਕੀਤਾ ਤਾਂ ਪਤਾ ਲੱਗਾ ਕਿ ਉਹ ਡਾਕਟਰ ਕੈਫੇ ਵਿੱਚ ਹੈ। ਉੱਥੇ ਪਹੁੰਚ ਕੇ ਮੈਨੂੰ ਝਟਕਾ ਲੱਗਾ। ਜਦੋਂ ਮੈਂ ਉਸ ਦੇ ਨੇੜੇ ਗਈ ਤਾਂ ਉਹ ਮੁਸਕਰਾਉਂਦੀ ਹੋਈ ਖੜੀ ਹੋ ਗਈ ਅਤੇ ਮੇਰਾ ਹਾਲ ਚਾਲ ਪੁੱਛਣ ਲੱਗੀ ਅਤੇ ਆਪਣੇ ਨਾਲ ਖੜੇ ਆਦਮੀ ਵੱਲ ਇਸ਼ਾਰਾ ਕਰਕੇ ਮੈਨੂੰ ਦੱਸਿਆ ਕਿ ਉਹ ਮੇਰਾ ਪਤੀ ਹੈ ਅਤੇ ਉਹ ਮੇਰਾ ਪਿਆਰਾ ਪੁੱਤਰ ਹੈ। ਕੁਰਸੀ 'ਤੇ ਬੈਠੇ 2 ਸਾਲ ਦੇ ਬੱਚੇ ਨੂੰ ਉਠਾਉਂਦੇ ਹੋਏ ਉਸਨੇ ਕਿਹਾ ਜੋ ਮੈਂ ਕੱਲ ਉਸ ਦੀ ਗੋਦੀ ਵਿੱਚ ਵੇਖਿਆ ਸੀ। ਉਸਨੇ ਹੈਰਾਨੀ ਨਾਲ ਹੱਸਦਿਆਂ ਕਿਹਾ ਕਿ ਇਹ ਸਾਡੀ ਦੋਵਾਂ ਦਾ ਪਸੰਦ ਦਾ ਵਿਆਹ ਹੈ। ਕੋਈ ਇਹ ਵੀ ਨਹੀਂ ਸੋਚ ਸਕਦਾ ਕਿ ਮੈਂ ਇੱਕ ਬੱਚੇ ਦੀ ਮਾਂ ਹਾਂ। ਪਰ ਮੈਨੂੰ ਉਸ ਤੋਂ ਇਹਨਾਂ ਗੱਲਾਂ ਦੀ ਉਮੀਦ ਬਿਲਕੁਲ ਨਹੀਂ ਸੀ। ਮੈਂ ਸੋਚ ਰਹੀ ਸੀ ਕਿ ਉਹ ਮੇਰੇ ਪਤੀ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਹ ਵਿਆਹੀ ਹੋਈ ਸੀ ਅਤੇ ਇੱਕ ਬੱਚੇ ਦੀ ਮਾਂ ਵੀ ਸੀ ਅਤੇ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਲੱਗ ਰਹੀ ਸੀ। ਫਿਰ ਉਸ ਦਾ ਵਿਰਾਟ ਨਾਲ ਕੀ ਸੰਬੰਧ ਸੀ? ਉਹ ਕਹਿਣ ਲੱਗੀ ਕਿ ਵਿਰਾਟ ਹਰ ਵੇਲੇ ਤੇਰੇ ਬਾਰੇ ਹੀ ਗੱਲਾਂ ਕਰਦਾ ਰਹਿੰਦਾ। ਜਦੋਂ ਤੂੰ ਬਿਮਾਰ ਸੀ ਤਾਂ ਉਸ ਵਿਚਾਰੇ ਨੇ ਤੇਰਾ ਬਹੁਤ ਖਿਆਲ ਰੱਖਿਆ। ਤੂੰ ਬਹੁਤ ਖੁਸ਼ਕਿਸਮਤ ਹੈ ਜਿਸ ਨੂੰ ਵਿਰਾਟ ਵਰਗਾ ਪਤੀ ਮਿਲਿਆ। ਉਸ ਡਾਕਟਰ ਦੀ ਗੱਲ ਸੁਣ ਕੇ ਮੇਰਾ ਦਿਮਾਗ ਘੁੰਮ ਰਿਹਾ ਸੀ ਕਿਉਂਕਿ ਉਹ ਝੂਠ ਬੋਲ ਰਹੀ ਸੀ। ਵਿਰਾਟ ਮੇਰੇ ਵੱਲ ਵੇਖਣਾ ਵੀ ਪਸੰਦ ਨਹੀਂ ਕਰਦਾ ਸੀ।
ਜਦੋਂ ਮੈਂ ਇਹੀ ਗੱਲ ਉਸ ਨੂੰ ਕਹੀ ਤਾਂ ਉਸਨੇ ਵੀ ਮੇਰੇ ਵੱਲ ਬੇਯਕੀਨੀ ਨਾਲ ਵੇਖਿਆ ਤੇ ਕਿਹਾ, ਤੈਨੂੰ ਇਸ ਸਮੇਂ ਅਸਲੀਅਤ ਬਾਰੇ ਕੁਝ ਨਹੀਂ ਪਤਾ, ਜਾ ਕੇ ਸੱਚਾਈ ਦਾ ਪਤਾ ਲਗਾ। ਉਸ ਦੀ ਇਹ ਗੱਲ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਸੱਚਾਈ ਦਾ ਪਤਾ ਹੋਣਾ ਚਾਹੀਦਾ ਹੈ। ਸੱਚ ਦਾ ਪਤਾ ਮੈਨੂੰ ਵਾਪਸ ਜਾ ਕੇ ਹੀ ਲੱਗਣਾ ਸੀ। ਮੈਂ ਹਸਪਤਾਲ ਤੋਂ ਘਰ ਵਾਪਸ ਆ ਗਈ। ਮੇਰੀ ਸੱਸ ਅਤੇ ਨਣਦ ਮੈਨੂੰ ਵੇਖ ਕੇ ਬਹੁਤ ਖੁਸ਼ ਹੋਏ। ਮੈਂ ਉਹਨਾਂ ਨੂੰ ਵਿਰਾਟ ਨੂੰ ਇਹ ਦੱਸਣ ਲਈ ਮਨਾ ਕਰ ਦਿੱਤਾ ਕਿ ਮੈਂ ਘਰ ਵਾਪਸ ਆ ਗਈ ਹਾਂ। ਵਿਰਾਟ ਨੂੰ ਪਤਾ ਨਹੀਂ ਸੀ ਕਿ ਮੈਂ ਘਰ ਵਾਪਸ ਆ ਗਈ ਹਾਂ। ਇਸੇ ਲਈ ਅੱਜ ਜਦੋਂ ਉਹ ਕਮਰੇ ਵਿੱਚ ਆਇਆ ਤਾਂ ਉਸਨੇ ਫੁੱਲ ਨਹੀਂ ਸੀ ਲਿਆਂਦਾ। ਮੈਂ ਦੇਖਣਾ ਚਾਹੁੰਦੀ ਸੀ ਕਿ ਅੱਜ ਉਹ ਕਿਹੜੀ ਚਾਲ ਵਰਤ ਕੇ ਮੈਨੂੰ ਸਵਾ ਰਿਹਾ ਹੈ। ਮੈਂ ਅਚਾਨਕ ਉਸ ਦੇ ਸਾਹਮਣੇ ਆ ਕੇ ਖੜ ਗਈ। ਉਹ ਮੈਨੂੰ ਕਮਰੇ ਵਿੱਚ ਦੇਖ ਕੇ ਘਬਰਾ ਗਿਆ ਤੇ ਪੁੱਛਿਆ ਕਿ ਤੁਸੀਂ ਕਦੋਂ ਆਏ ਹੋ? ਮੈਂ ਕਿਹਾ ਕਿ ਤੁਸੀਂ ਆਪ ਹੀ ਕਹਿੰਦੇ ਹੋ ਕਿ ਤੁਹਾਡੇ ਆਉਂਦੇ ਹੀ ਮੈਂ ਸੌਂ ਜਾਂਦੀ ਹਾਂ। ਇਸੇ ਲਈ ਅੱਜ ਮੈਂ ਤੁਹਾਡੀਆਂ ਸਾਰੀਆਂ ਸ਼ਿਕਾਇਤਾਂ ਨੂੰ ਖਤਮ ਕਰਨ ਬਾਰੇ ਸੋਚ ਰਹੀ ਹਾਂ। ਵਿਰਾਟ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ। ਉਸਨੇ ਕਿਹਾ ਕਿ ਨਹੀਂ, ਤੁਹਾਨੂੰ ਸੌਣਾ ਚਾਹੀਦਾ ਹੈ, ਤੁਹਾਡੀ ਸਿਹਤ ਠੀਕ ਨਹੀਂ ਹੈ। ਮੈਂ ਸਟੱਡੀ ਰੂਮ ਜਾ ਰਿਹਾ ਹਾਂ, ਮੈਨੂੰ ਕੁਝ ਕੰਮ ਹੈ। ਉਹ ਉੱਠ ਕੇ ਕਮਰੇ ਤੋਂ ਬਾਹਰ ਚਲੇ ਗਏ। ਮੈਨੂੰ ਬਹੁਤ ਗੁੱਸਾ ਆਇਆ। ਮੈਂ ਗੁੱਸੇ ਵਿੱਚ ਕਮਰੇ ਵਿੱਚ ਇੱਧਰ ਉੱਧਰ ਚੀਜ਼ਾਂ ਸੁੱਟਣ ਲੱਗ ਪਈ। ਮੈਂ ਅਲਮਾਰੀ 'ਚੋਂ ਕੱਪੜੇ ਕੱਢ ਕੇ ਬੈੱਡ 'ਤੇ ਸੁੱਟਣ ਲੱਗੀ। ਮੈਂ ਘਰ ਵਾਪਸ ਜਾਣ ਲੱਗੀ ਆਪਣੇ ਕੱਪੜੇ ਪੈਕ ਕਰ ਲਏ। ਮੈਂ ਘਰ ਵਾਪਸ ਜਾਣ ਦਾ ਫੈਸਲਾ ਕਰ ਲਿਆ। ਕੱਪੜੇ ਕੱਢਦੇ ਸਮੇਂ ਅਚਾਨਕ ਅਲਮਾਰੀ ਵਿੱਚੋਂ ਇੱਕ ਚਿੱਟਾ ਲਿਫਾਫਾ ਜ਼ਮੀਨ 'ਤੇ ਡਿੱਗ ਪਿਆ। ਨਾ ਚਾਹੁੰਦੇ ਹੋਏ ਵੀ ਮੈਂ ਉਹ ਲਿਫਾਫਾ ਚੁੱਕ ਲਿਆ। ਇਹ ਕਿਸੇ ਹਸਪਤਾਲ ਦਾ ਲਿਫਾਫਾ ਸੀ। ਸ਼ਾਇਦ ਰਿਪੋਰਟਾਂ ਮੇਰੀਆਂ ਹੀ ਹੋਣਗੀਆਂ। ਇਹ ਸੋਚ ਕੇ ਮੈਂ ਉਸ ਨੂੰ ਖੋਲ੍ਹਿਆ, ਪਰ ਜਿਵੇਂ ਜਿਵੇਂ ਮੈਂ ਰਿਪੋਰਟ ਪੜ੍ਹਦੀ ਗਈ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ। ਉਹ ਰਿਪੋਰਟ ਵਿਰਾਟ ਦੀ ਸੀ। ਉਸ ਨੂੰ ਬ੍ਰੇਨ ਟਿਊਮਰ ਸੀ। ਇਸ ਸਾਰੀ ਹਕੀਕਤ ਨੂੰ ਜਾਣ ਕੇ ਮੈਂ ਬਰਦਾਸ਼ਤ ਨਹੀਂ ਕਰ ਸਕੀ ਅਤੇ ਜ਼ਮੀਨ 'ਤੇ ਡਿੱਗ ਪਈ। ਮੈਂ ਵਿਸ਼ਵਾਸ ਨਹੀਂ ਕਰ ਸਕਦੀ ਸੀ ਕਿ ਇਹ ਸੱਚ ਸੀ। ਮੈਂ ਵਿਰਾਟ ਦੇ ਪਿੱਛੇ ਪਿੱਛੇ ਸਟੱਡੀ ਰੂਮ ਵੱਲ ਭੱਜੀ ਅਤੇ ਮੈਨੂੰ ਇੱਕ ਹੋਰ ਝਟਕਾ ਲੱਗਾ। ਮੈਂ ਦੇਖਿਆ ਉਸ ਦੇ ਸਟੱਡੀ ਰੂਮ ਵਿੱਚ ਥਾਂ ਥਾਂ ਹੀ ਮੇਰੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਅਤੇ ਇਹ ਸਭ ਉਹਨਾਂ ਮੌਕਿਆਂ ਦੀਆਂ ਸਨ ਜਦੋਂ ਉਹ ਮੈਨੂੰ ਫੁੱਲ ਭੇਜਦਾ ਸੀ। ਇਸ ਦਾ ਮਤਲਬ ਸੀ ਕਿ ਫੁੱਲ ਭੇਜਣ ਵਾਲਾ ਲੜਕਾ ਵਿਰਾਟ ਹੀ ਸੀ। ਇਹ ਜਾਣ ਕੇ ਮੈਂ ਹੈਰਾਨ ਰਹਿ ਗਈ ਅਤੇ ਜਦੋਂ ਮੈਂ ਉਸ ਦੇ ਸਾਹਮਣੇ ਜਾ ਕੇ ਰਿਪੋਰਟ ਰੱਖ ਦਿੱਤੀ ਤਾਂ ਉਹ ਹੈਰਾਨ ਰਹਿ ਗਿਆ। ਮੈਂ ਰੋਂਦੇ ਹੋਏ ਪੁੱਛਿਆ, ਇਹ ਸਭ ਕੀ ਹੈ? ਤੂੰ ਮੇਰੇ ਤੋਂ ਇਹ ਸਭ ਕਿਉਂ ਛੁਪਾਇਆ? ਉਸ ਨੇ ਸ਼ਰਮ ਨਾਲ ਕਿਹਾ ਕਿ ਮੈਂ ਤੁਹਾਨੂੰ ਪਸੰਦ ਕੀਤਾ। ਮੈਂ ਤੁਹਾਨੂੰ ਉਹ ਫੁੱਲ ਭੇਜਦਾ ਸੀ ਅਤੇ ਤੁਹਾਡੀ ਤਸਵੀਰ ਲੈ ਕੇ ਇੱਥੇ ਸਟੱਡੀ ਰੂਮ ਵਿੱਚ ਰੱਖ ਦਿੰਦਾ ਸੀ। ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਤੁਹਾਡੇ ਘਰ ਰਿਸ਼ਤਾ ਭੇਜਿਆ, ਪਰ ਬਾਅਦ ਵਿੱਚ ਮੇਰੀ ਸਿਹਤ ਵਿਗੜਨ ਲੱਗੀ ਅਤੇ ਮੈਨੂੰ ਪਤਾ ਲੱਗਾ ਕਿ ਮੈਨੂੰ ਬ੍ਰੇਨ ਟਿਊਮਰ ਹੈ। ਇਸ ਦਾ ਇਲਾਜ ਹੋ ਸਕਦਾ ਸੀ। ਇਸ ਲਈ ਮੈਂ ਆਪਣੀ ਬਿਮਾਰੀ ਬਾਰੇ ਕਿਸੇ ਨੂੰ ਨਹੀਂ ਦੱਸਿਆ। ਮੈਨੂੰ ਆਸ ਸੀ ਕਿ ਵਿਆਹ ਤੋਂ ਪਹਿਲਾਂ ਆਪਣਾ ਇਲਾਜ ਕਰਵਾ ਕੇ ਮੈਂ ਪੂਰੀ ਤਰ੍ਹਾਂ ਠੀਕ ਹੋ ਜਾਵਾਂਗਾ, ਪਰ ਡਾਕਟਰ ਨੇ ਕਿਹਾ ਮੇਰੇ ਇਲਾਜ ਲਈ 2 ਮਹੀਨੇ ਹੋਰ ਲੱਗਣਗੇ। ਇਸ ਲਈ ਕਿ ਤੁਹਾਨੂੰ ਪਤਾ ਨਾ ਲੱਗੇ, ਮੈਂ ਤੇਜ਼ ਬੇਹੋਸ਼ੀ ਵਾਲੀ ਸਪਰੇਅ ਵਾਲਾ ਫੁੱਲ ਲੈ ਕੇ ਕਮਰੇ ਵਿੱਚ ਆਉਂਦਾ ਸੀ ਤਾਂ ਜੋ ਤੁਹਾਨੂੰ ਨੀਂਦ ਆਵੇ ਅਤੇ ਤੁਸੀਂ ਸੌਂ ਜਾਓ। ਮੈਂ ਆਪ ਉਸੇ ਵੇਲੇ ਨਹਾ ਲੈਂਦਾ ਸੀ ਤਾਂ ਜੋ ਫੁੱਲ ਦਾ ਅਸਰ ਮੇਰੇ ਉੱਤੇ ਨਾ ਹੋਵੇ। ਮੈਂ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹੀ ਤੁਹਾਨੂੰ ਇਹ ਸਭ ਦੱਸਣਾ ਚਾਹੁੰਦਾ ਸੀ। ਮੈਂ ਸੋਚਿਆ ਸੀ ਕਿ ਜੇ ਮੈਂ ਪੂਰੀ ਤਰ੍ਹਾਂ ਠੀਕ ਨਾ ਹੋ ਸਕਿਆ ਤਾਂ ਮੈਂ ਤੈਨੂੰ ਆਜ਼ਾਦ ਕਰ ਦਿਆਂਗਾ ਤਾਂ ਕਿ ਮੇਰੀ ਵਜ੍ਹਾ ਨਾਲ ਤੇਰੀ ਜ਼ਿੰਦਗੀ ਖਰਾਬ ਨਾ ਹੋ ਜਾਵੇ। ਤੁਹਾਡੇ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਸੀ। ਅਤੇ ਉਹ ਡਾਕਟਰ ਕੁੜੀ ਮੇਰੀ ਕਾਲਜ ਦੀ ਦੋਸਤ ਅਤੇ ਮੇਰੇ ਦੋਸਤ ਦੀ ਪਤਨੀ ਹੈ ਅਤੇ ਬਹੁਤ ਵਧੀਆ ਡਾਕਟਰ ਹੈ। ਮੇਰਾ ਉਸ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਉਹ ਮੇਰਾ ਇਲਾਜ ਕਰ ਰਹੀ ਹੈ। ਮੈਨੂੰ ਪਤਾ ਹੈ ਕਿ ਤੁਸੀਂ ਮੇਰੇ 'ਤੇ ਸ਼ੱਕੀ ਸੀ। ਉਸ ਦਿਨ ਮੇਰਾ ਦੋਸਤ ਵੀ ਸਾਡੇ ਨਾਲ ਸੀ। ਰਸਤੇ ਵਿੱਚ ਉਸ ਨੂੰ ਕੋਈ ਜ਼ਰੂਰੀ ਕੰਮ ਸੀ ਤਾਂ ਉਸਨੇ ਕਿਹਾ, ਤੁਸੀਂ ਲੋਕ ਜਾ ਕੇ ਖਾਣਾ ਸ਼ੁਰੂ ਕਰੋ, ਮੈਂ 10 ਮਿੰਟ ਵਿੱਚ ਆ ਜਾਵਾਂਗਾ। ਉਸੇ ਪਲ ਤੁਸੀਂ ਸਾਨੂੰ ਵੇਖਿਆ ਅਤੇ ਵਾਪਸ ਚਲੇ ਗਏ ਅਤੇ ਪਤਾ ਨਹੀਂ ਤੁਸੀਂ ਮੇਰੇ ਬਾਰੇ ਹੋਰ ਕੀ ਸੋਚ ਰਹੇ ਸੀ। ਮੈਂ ਆਪਣੇ ਪਤੀ ਤੋਂ ਇਹ ਸਭ ਸੱਚ ਸੁਣ ਕੇ ਹੈਰਾਨ ਰਹਿ ਗਈ। ਉਹ ਬਹੁਤ ਚੰਗਾ ਸੀ, ਦੂਜਿਆਂ ਨੂੰ ਦੁੱਖਾਂ ਤੋਂ ਬਚਾ ਕੇ ਇਕੱਲਾ ਹੀ ਸਭ ਕੁਝ ਝੱਲ ਰਿਹਾ ਸੀ। ਉਸ ਨੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਉਹ ਕਿੰਨੀ ਵੱਡੀ ਬਿਮਾਰੀ ਨਾਲ ਲੜ ਰਿਹਾ ਹੈ। ਮੈਂ ਉਸ ਨੂੰ ਦਿਲਾਸਾ ਦਿੱਤਾ ਅਤੇ ਕਿਹਾ ਕਿ ਚਿੰਤਾ ਨਾ ਕਰੋ, ਤੁਸੀਂ ਜ਼ਰੂਰ ਠੀਕ ਹੋ ਜਾਵੋਗੇ ਅਤੇ ਰੱਬ ਨਾ ਕਰੇ ਕਿ ਤੁਸੀਂ ਕਦੇ ਠੀਕ ਨਾ ਹੋਵੋ। ਮੈਂ ਫਿਰ ਵੀ ਤੁਹਾਡੇ ਨਾਲ ਰਹਾਂਗੀ। ਮੈਂ ਹਮੇਸ਼ਾ ਹਰ ਕਦਮ 'ਤੇ ਤੁਹਾਡਾ ਸਾਥ ਦੇਵਾਂਗੀ। ਵਿਰਾਟ ਨੇ ਮੇਰਾ ਧੰਨਵਾਦ ਕੀਤਾ ਅਤੇ ਮੈਂ ਉਸ ਤੋਂ ਮਾਫ਼ੀ ਮੰਗੀ ਕਿ ਮੈਂ ਉਸ ਬਾਰੇ ਕਿੰਨਾ ਗਲਤ ਸੋਚਿਆ ਅਤੇ ਮੈਂ ਖੁਦ ਉਸ ਦੀ ਦੇਖਭਾਲ ਕਰਨ ਲੱਗ ਪਈ। ਸਿਰਫ 2 ਮਹੀਨਿਆਂ ਬਾਅਦ ਵਿਰਾਟ ਦੀ ਸਰਜਰੀ ਹੋਈ ਅਤੇ ਉਸ ਦਾ ਟਿਊਮਰ ਠੀਕ ਹੋ ਗਿਆ। ਅੱਜ ਅਸੀਂ ਪਤੀ ਪਤਨੀ ਇੱਕ ਦੂਜੇ ਤੋਂ ਬਹੁਤ ਖੁਸ਼ ਹਾਂ। ਜ਼ਿੰਦਗੀ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਹਨ। ਪਤੀ ਪਤਨੀ ਨੂੰ ਹਮੇਸ਼ਾ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਇੱਕ ਦੂਜੇ ਦਾ ਖਿਆਲ ਰੱਖਣਾ ਚਾਹੀਦਾ ਹੈ। ਵਿਰਾਟ ਅਤੇ ਮੈਂ ਵੀ
ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਵਿਰਾਟ ਕੁਝ ਮਹੀਨਿਆਂ ਬਾਅਦ ਠੀਕ ਹੋ ਗਿਆ ਅਤੇ ਇਸ ਸਾਲ ਮੈਂ ਇੱਕ ਪਿਆਰੇ ਪੁੱਤਰ ਨੂੰ ਜਨਮ ਦਿੱਤਾ ਅਤੇ ਸਾਨੂੰ ਜੀਣ ਦਾ ਇੱਕ ਹੋਰ ਕਾਰਨ ਮਿਲਿਆ। ਧੰਨਵਾਦ ਜੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਜੀ।